हेलो एवरीवन, सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 12ਵੀਂ ਕਲਾਸ ਦੀ ਕਿਤਾਬ ਵੈਲਕਮ ਲਾਈਫ ਤੇ ਉਹਦਾ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਪਹਿਲਾ ਚੈਪਟਰ ਜੋ ਕਿ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਪਹਿਲਾ ਚੈਪਟਰ ਹੈਗਾ ਪਰਸਨਲ ਵੈਲਿਊਜ਼ ਯਾਨੀ ਨਿੱਜੀ ਮੁੱਲ ਤੇ ਉਹ ਦੋ ਭਾਗਾਂ ਵਿੱਚ ਵੰਡਿਆ ਹੋਇਆ। पहला भाग है टॉलरेंस यानी कि सहनशीलता ते दूजा है काइंडनेस यानी कि दयालता। तो चलो आप शुरू करते हैं पहले भाग तो टॉलरेंस तो जिन्हों आप पंजाबी च कहीदा सहनशीलता। टू अंडरस्टैंड द मीनिंग ऑफ टॉलरेंस एंड स्प्रेड इट ਇਹਦੇ ਵਿੱਚ ਆਪਾਂ ਕੀ ਪੜਾਂਗੇ ਚੈਪਟਰ ਦੇ ਉਦੇਸ਼ ਕੀ ਨੇ ਵੀ ਆਪਾਂ ਸਹਿਨਸ਼ੀਲਤਾ ਦਾ ਅਰਥ ਸਮਝੀਏ ਤੇ ਇਸ ਦਾ ਗਿਆਨ ਲੋਕਾਂ ਨੂੰ ਦਈਏ ਵੀ ਇਹ ਕੀ ਹੈਗਾ। Inspire the students to understand mutual love and respect ਵਿਦਿਆਰਥੀਆਂ ਨੂੰ ਆਪਸੀ ਪਿਆਰ ਤੇ ਸਤਿਕਾਰ ਦੀ ਭਾਵਨਾ ਨੂੰ ਸਮਝਾਉਣਾ। Third, to be a source of positive change and enhancement of cooperation in the society ਸਮਾਜ ਦੇ ਵਿੱਚ ਜਿਹੜਾ ਸਤਿਕਾਰ ਹੁੰਦਾ ਹੈ ਬਦਲਾਵ ਲੈ ਕੇ ਆਣਾ ਹੁੰਦਾ ਹੈ ਇੱਕ ਦੂਜੇ ਦੇ ਨਾਲ ਸਾਂਝ ਜਿਹੜੀ ਹੁੰਦੀ ਹੈ ਉਹ ਸਿਖਾਣਾ ਤਾਂ ਕਿ ਇੱਕ ਵਧੀਆ ਬਦਲਾਵ ਆਏ। ਤਾਂ ਚਲੋ ਸ਼ੁਰੂ ਕਰਦੇ ਹਾਂ। Tolerance is a spirit to live with patience and humbleness. ਸਹਿਨਸ਼ੀਲਤਾ ਧੀਰਜ ਅਤੇ ਨਿਮਰਤਾ ਨਾਲ ਰਹਿਣ ਦੀ ਭਾਵਨਾ ਹੈ। It is tolerance to accept every religion, caste, color, creed, region or culture. ਹਰ ਰੰਗ, ਧਰਮ, ਖੇਤਰ, ਜਾਤ ਹਰ ਕਿਸੇ ਬੰਦੇ ਨੂੰ ਮਾਨਤਾ ਦੇਣੀ, ਉਹਦੇ ਪ੍ਰਤੀ ਸਹਿਨਸ਼ੀਲਤਾ ਰੱਖਣੀ ਉਹ ਹੁੰਦੀ ਹੈ tolerance. In fact, this virtue is related with the art of living, rising above mutual rivalry and jealousy. ਅਸਲ ਵਿੱਚ ਇਹ ਗੁਣ ਜੀਵਨ ਦੀ ਕਲਾ ਨਾਲ ਸੰਬੰਧਿਤ ਹੈਗਾ। ਅਸੀਂ ਆਪਸੀ ਰੰਜਿਸ਼ਾਂ ਤੇ ਆਪਸੀ ਈਰਸ਼ਾ ਤੋਂ ਉੱਤੇ ਜਦ ਉੱਠ ਜਾਂਦੇ ਹੈਗੇ ਆ ਉਹਨੂੰ ਆਪਾਂ ਕਹੀਦਾ ਵੀ ਉਹ ਟੋਲਰੈਂਸ ਦਾ ਇੱਕ ਗੁਣ ਹੈਗਾ। In other words, it means to accept the merits of others with patience, wisdom and aesthetic sense. देखो बेटा aesthetic का मतलब ਹੁੰਦਾ है creative, जो कि चीज थोड़ी जी ਵੱਖਰੀ ਹੋਏ है ना। ਤੇ ਇੱਥੇ ਇਹ ਦੱਸਿਆ ਗਿਆ ਹੈ ਵੀ ਜਿਹੜਾ ਆਪਾਂ In other words, it means to accept the merits of others with patience, wisdom and aesthetic sense. Aesthetic ਦਾ ਮਤਲਬ ਹੁੰਦਾ ਹੈ ਕ੍ਰੀਏਟਿਵ, ਥੋੜੀ ਵੱਖਰੀ ਚੀਜ਼। ਤਾਂ ਇੱਥੇ ਦੱਸਿਆ ਗਿਆ ਹੈ ਵੀ ਦੂਜੇ ਸ਼ਬਦਾਂ ਵਿੱਚ ਇਸ ਦਾ ਅਰਥ ਹੈਗਾ ਵੀ ਆਪਾਂ ਧੀਰਜ ਦੇ ਨਾਲ, ਦਿਮਾਗ ਬੁੱਧੀ ਦੇ ਨਾਲ ਤੇ ਸੁਹਜ ਜਿਹਨੂੰ ਆਪਾਂ ਐਸਥੈਟਿਕ ਸੈਂਸ ਜਾਂ ਐਸਥੈਟਿਕ ਭਾਵਨਾ ਕਹਿੰਦੇ ਆ ਉਹਦੇ ਨਾਲ ਦੂਜਿਆਂ ਦੀਆਂ ਖੂਬੀਆਂ ਨੂੰ ਸਵੀਕਾਰ ਕਰਨਾ। We have our own way in which we want to live, eat, sit and speak. ਸਾਡਾ ਆਪਣਾ ਤਰੀਕਾ ਹੈਗਾ ਜਿਸ ਵਿੱਚ ਅਸੀਂ ਰਹਿਣਾ ਚਾਹੁੰਦੇ ਹਾਂ, ਖਾਣਾ, ਬੈਠਣਾ, ਬੋਲਣਾ ਚਾਹੁੰਦੇ ਹਾਂ। If the other person does all this in the same way or differently, the ways adopted to accept him is tolerance. ਤੇ ਜੇਕਰ ਦੂਜਾ ਵਿਅਕਤੀ ਇਹ ਸਭ ਜਿਹੜੀ ਚੀਜ਼ਾਂ ਹੈਗੀਆਂ ਨੇ ਇਹ ਸਾਂਝੇ ਢੰਗ ਦੇ ਨਾਲ ਜਾਂ ਵੱਖਰੇ ਢੰਗ ਦੇ ਨਾਲ ਕਰਦਾ ਹੈ ਤੇ ਆਪਾਂ ਉਸ ਚੀਜ਼ ਨੂੰ ਸਵੀਕਾਰ ਕਰ ਲੈਂਦੇ ਆ ਉਹਨੂੰ ਆਪਾਂ ਕਹੀਦਾ ਟੋਲਰੈਂਸ। A tolerant student knows and understands that if he wants to be happy, others also want the same. ਤੇ ਜਿਹੜਾ ਇੱਕ ਸਹਿਨਸ਼ੀਲ ਵਿਦਿਆਰਥੀ ਹੁੰਦਾ ਹੈ ਉਹ ਜਾਣਦਾ ਹੈਗਾ ਵੀ ਜੇ ਮੈਂ ਆਪ ਖੁਸ਼ ਹੋਣਾ ਚਾਹੁੰਦਾ ਹਾਂ ਤਾਂ ਦੂਜੇ ਵੀ ਤਾਂ ਇਹੀ ਚੀਜ਼ ਭਾਲਦੇ ਨੇ। A tolerant person lives with patience and becomes more successful in life. ਜਿਹੜਾ ਸਹਿਨਸ਼ੀਲ ਵਿਅਕਤੀ ਹੈਗਾ ਉਹ ਧੀਰਜ ਨਾਲ ਰਹਿੰਦਾ ਹੈ ਅਤੇ ਵਧੇਰੇ ਸਫਲ ਹੋ ਜਾਂਦਾ ਹੈ ਆਪਣੇ ਜੀਵਨ ਦੇ ਵਿੱਚ। Tolerance does not mean to consider oneself weak and bear oppression silently, but to express oneself peacefully and with logic. ਸਹਿਨਸ਼ੀਲਤਾ ਦਾ ਮਤਲਬ ਇਹ ਨਹੀਂ ਹੈ ਵੀ ਆਪਣੇ ਆਪ ਨੂੰ ਕਮਜ਼ੋਰ ਸਮਝਣਾ ਜਾਂ ਜ਼ੁਲਮ ਨੂੰ ਚੁੱਪਚਾਪ ਸਹਿਣਾ, ਬਲਕਿ ਇਸ ਦਾ ਮਤਲਬ ਇਹ ਹੈਗਾ ਵੀ ਸ਼ਾਂਤੀ ਤੇ ਪਿਆਰ ਦੇ ਨਾਲ ਲੌਜਿਕ ਜਿਹਨੂੰ ਆਪਾਂ ਕਹੀਦਾ ਤਰਕ ਹੈ ਨਾ ਉਸ ਦੇ ਨਾਲ ਰਹਿਣਾ ਤੇ ਆਪਣੀ ਗੱਲ ਨੂੰ ਸਾਹਮਣੇ ਵਾਲੇ ਕੋਲ ਰੱਖਣਾ। Our tolerance is tested in adverse conditions. ਤੇ ਸਾਡੀ ਸਹਿਨਸ਼ੀਲਤਾ ਜਿਹੜੀ ਹੈਗੀ ਹੈ ਉਹ
जब मुश्किल चीज़ां आंदियां ने साडे सामने या मुश्किल स्थितियां आंदियां ने तां टेस्ट हुंदी है, तां उहदी परीक्षा हुंदी है. Due to lack of tolerance, we can get nervous quickly and get furious or tensed. सहनशीलता ਦੀ ਘਾਟ ਹੋਣ ਕਾਰਨ ਅਸੀਂ ਜਲਦੀ ਘਬਰਾ ਜਾਂਦੇ ਹਾਂ ਜਾਂ ਗੁੱਸਾ ਜਲਦੀ ਆ ਜਾਂਦਾ ਹੈ ਸਾਨੂੰ. To attain this virtue, company of tolerant people, positive thinking and innate meditations are very much required. ਤੇ ਇਸ ਗੁਣ ਨੂੰ ਪ੍ਰਾਪਤ ਕਰਨ ਲਈ ਸਹਿਨਸ਼ੀਲ ਲੋਕਾਂ ਦੀ ਸੰਗਤ ਜਾਂ ਆਪਾਂ ਕਹਿ ਸਕਦੇ ਹਾਂ ਪੋਜ਼ਿਟਿਵ ਸੋਚਣਾ ਜਾਂ ਫਿਰ ਤੁਸੀਂ ਮੈਡੀਟੇਟ ਕਰ ਸਕਦੇ ਹੋ, ਧਿਆਨ ਲਾ ਸਕਦੇ ਹੋ, ਤਾਂ ਤੁਸੀਂ ਟੋਲਰੈਂਟ ਹੋ ਜਾਓਗੇ, ਯਾਨੀ ਤੁਹਾਡੇ ਵਿੱਚ ਥੋੜੀ ਸਬਰ ਆ ਜਾਏਗਾ. ਅੱਗੇ ਚੱਲਦੇ ਹਾਂ. ਇੱਥੇ ਐਕਟੀਵਿਟੀ ਦਿੱਤੀ ਹੋਈ ਹੈ. ਫਰਸਟ ਐਕਟੀਵਿਟੀ, ਸਪੋਜ਼ 2 ਸਟੂਡੈਂਟਸ ਸਿਟ ਔਨ ਈਚ ਬੈਂਚ ਇਨ ਦ ਕਲਾਸ. ਮੰਨ ਲਓ ਵੀ ਇੱਕ ਕਲਾਸ ਦੇ ਵਿੱਚ ਹਰ ਬੈਂਚ ਤੇ 2 ਵਿਦਿਆਰਥੀ ਬੈਠਦੇ ਨੇ. ਇਹ ਬੈਂਚ ਹੈਗਾ ਤੇ ਇੱਥੇ 2 ਵਿਦਿਆਰਥੀ ਬੈਠਦੇ ਨੇ. ਯੂ ਸਿਟ ਵਿਦ ਅ ਸਟੂਡੈਂਟ ਹੂ ਇਜ਼ ਯੋਰ ਫਾਸਟ ਫਰੈਂਡ. ਤੇ ਤੁਸੀਂ ਜਿਹੜਾ ਬੈਂਚ ਹੈਗਾ ਉਹਦੇ ਤੇ ਆਪਣੇ ਦੋਸਤ ਨਾਲ ਬੈਠਦੇ ਹੋ ਜੋ ਪੱਕਾ ਦੋਸਤ ਹੈ. Today, a new student who is from some other state and speaks different language has joined your class. ਤੇ ਅੱਜ ਕੀ ਹੋਇਆ, ਕੁਝ ਵੱਖਰਾ ਹੋਇਆ. ਇੱਕ ਨਵਾਂ ਬੱਚਾ ਤੁਹਾਡੀ ਕਲਾਸ ਦੇ ਵਿੱਚ ਆਇਆ. ਉਹ ਵੱਖਰੇ ਰਾਜ ਤੋਂ ਹੈਗਾ, ਯਾਨੀ ਸਟੇਟ ਤੋਂ, ਹੋਰ ਕਿਸੇ ਸਟੇਟ ਤੋਂ ਹੈਗਾ, ਰਾਜ ਤੋਂ ਹੈਗਾ ਤੇ ਵੱਖਰੀ ਭਾਸ਼ਾ ਬੋਲਦਾ. ਉਹ ਤੁਹਾਡੀ ਕਲਾਸ ਦੇ ਵਿੱਚ ਅੱਜ ਸ਼ਾਮਲ ਹੋਣ ਆਇਆ. The teacher has told you that this student will sit with you from today. ਤੇ ਅਧਿਆਪਕ ਨੇ ਤੁਹਾਨੂੰ ਕਿਹਾ ਵੀ ਇਹ ਜਿਹੜਾ ਵਿਦਿਆਰਥੀ ਹੈਗਾ ਇਹ ਅੱਜ ਤੋਂ ਤੁਹਾਡੇ ਨਾਲ ਬੈਠੇਗਾ, ਯਾਨੀ ਤੁਹਾਡਾ ਪੱਕਾ ਦੋਸਤ ਨਹੀਂ ਬੈਠੇਗਾ, ਉਹ ਨਵਾਂ ਵਿਦਿਆਰਥੀ ਜਾਂ ਬੱਚਾ ਬੈਠੇਗਾ. What thoughts come into your mind regarding that student? ਉਸ ਵਿਦਿਆਰਥੀ ਬਾਰੇ ਤੁਹਾਡੇ ਮਨ ਵਿੱਚ ਕੀ ਵਿਚਾਰ ਆਏ ਨੇ? You have to note down these thoughts yourself and read them. ਤੁਸੀਂ ਇਹਨਾਂ ਵਿਚਾਰਾਂ ਨੂੰ ਖੁਦ ਆਪਣੀ ਕਾਪੀ ਤੇ ਨੋਟ ਕਰਨਾ ਹੈ ਤੇ ਫਿਰ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ. Then evaluate your tolerance yourself. ਫਿਰ ਆਪਣੀ ਜਿਹੜੀ ਸਹਿਨਸ਼ੀਲਤਾ ਹੈ ਉਸ ਦਾ ਖੁਦ ਦੇਖੋ, ਚੈੱਕ ਕਰੋ ਵੀ ਕਿੰਨੀ ਸਹਿਨਸ਼ੀਲਤਾ ਹੈ ਤੁਹਾਡੇ ਵਿੱਚ. ਹੁਣ ਮੇਰਾ ਜਵਾਬ ਕੀ ਹੈ ਇਸ ਸਵਾਲ ਨੂੰ ਵੀ ਮੈਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ? Though it would be a tough decision, but I'll welcome the new student and make him my friend. ਹਾਲਾਂਕਿ ਇਹ ਔਖਾ ਫੈਸਲਾ ਹੈਗਾ ਵੀ ਆਪਣੇ ਦੋਸਤ ਨੂੰ ਛੱਡ ਕੇ ਇੱਕ ਨਵੇਂ ਬੱਚੇ ਨੂੰ ਆਪਣੇ ਨਾਲ ਬਿਠਾਣਾ, ਪਰ ਫਿਰ ਵੀ ਮੈਂ ਉਸ ਨਵੇਂ ਬੱਚੇ ਦਾ ਵੈਲਕਮ ਕਰਾਂਗਾ, ਸਵਾਗਤ ਕਰਾਂਗਾ ਤੇ ਉਹਨੂੰ ਆਪਣਾ ਦੋਸਤ ਬਣਾਵਾਂਗਾ ਜਾਂ ਬਣਾਵਾਂਗੀ. I'll try to understand his feelings and emotions. ਕਿਉਂਕਿ ਉਹ ਵੀ ਨਵਾਂ ਹੈ ਤਾਂ ਮੈਂ ਉਹਦੇ ਇਮੋਸ਼ਨਸ ਜਿਹੜੇ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ, ਉਹਦੀ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ. ਹਾਲਾਂਕਿ ਉਹਦੀ ਭਾਸ਼ਾ ਨਹੀਂ ਆਉਂਦੀ ਪਰ ਫਿਰ ਵੀ ਤੁਹਾਨੂੰ ਪਤਾ ਲੱਗ ਜਾਂਦਾ ਹੈ. I'll try to make him comfortable. ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਉਹ ਕੰਫਰਟੇਬਲ ਮਹਿਸੂਸ ਕਰੇ, ਚੰਗਾ ਮਹਿਸੂਸ ਕਰੇ. I'll share my notes and other material with him. ਜੇ ਉਹਨੂੰ ਨੋਟਸ ਚਾਹੀਦੇ ਹੋਏ ਪੁਰਾਣੇ ਜਾਂ ਫਿਰ ਕਿਤਾਬਾਂ ਚਾਹੀਦੀਆਂ ਹੋਈਆਂ, ਪੈਨਸਿਲ ਚਾਹੀਦੀ ਹੋਏ, ਮੈਂ ਉਹਦੀ ਮਦਦ ਕਰਾਂਗਾ. During lunch time, I'll introduce him to other classmates. ਤੇ ਜਦ ਬ੍ਰੇਕ ਹੋਏਗੀ ਤਾਂ ਮੈਂ ਉਹਨੂੰ ਬਾਕੀ ਸਾਰੇ ਜਿਹੜੇ ਬੱਚੇ ਨੇ ਕਲਾਸ ਦੇ ਉਹਨਾਂ ਨਾਲ ਇੰਟਰੋਡਿਊਸ ਕਰਾਵਾਂਗਾ. I'll help him in his studies and homework as much as possible. ਜਿੰਨੀ ਮੇਰੀ ਸ਼ਮਤਾ ਹੋਏਗੀ ਉਸ ਮੁਤਾਬਕ ਮੈਂ ਉਹਦੀ ਪੜ੍ਹਾਈ ਵਿੱਚ ਵੀ ਮਦਦ ਕਰਾਂਗਾ ਜਾਂ ਕਰਾਂਗੀ. I won't be mean or rude to the new student. ਨਵੇਂ ਬੱਚੇ ਨੂੰ ਨਾ ਤਾਂ ਮੈਂ ਮੀਨ ਹੋਵਾਂਗੀ, ਸਵਾਰਥੀ ਬਣਾਂਗੀ ਤੇ ਨਾ ਉਹਦੇ ਨਾਲ ਰੂਡ ਐਕਟ ਕਰਾਂਗੀ, ਯਾਨੀ ਔਖਾ ਹੋ ਕੇ ਬੋਲਾਂਗੀ. ਅੱਗੇ ਚੱਲਦੇ ਹਾਂ. Students have to put a tick or a cross against each statement for the purpose of evaluation. ਹੁਣ ਇੱਥੇ ਕੁਝ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ. ਹੁਣ ਤੁਸੀਂ ਦੇਖਣਾ ਹੈ ਵੀ ਕਿੰਨੇ ਤੁਸੀਂ ਟੋਲਰੈਂਟ ਹੋ, ਉਸ ਮੁਤਾਬਕ ਤੁਸੀਂ ਸਹੀ ਜਾਂ ਕ੍ਰਾਸ ਲਾਣਾ ਹੈ ਉਹਦੇ ਤੇ. ਸਭ ਤੋਂ ਪਹਿਲੀ ਸਟੇਟਮੈਂਟ ਹੈਗੀ ਹੈ I should not sit on my bench. ਯਾਨੀ ਮੈਂ ਆਪਣੇ ਬੈਂਚ ਤੇ ਨਹੀਂ ਬੈਠਾਂਗਾ, ਉੱਥੋਂ ਉੱਠ ਜਾਵਾਂਗਾ. ਇਹ ਗਲਤ ਗੱਲ ਹੈ. Second, I felt good that this student has come from some other state. ਮੈਨੂੰ ਵਧੀਆ ਲੱਗਿਆ, ਚੰਗਾ ਲੱਗਿਆ ਵੀ ਇਹ ਵਿਦਿਆਰਥੀ ਕਿਸੇ ਹੋਰ ਰਾਜ ਤੋਂ ਆਇਆ ਹੈ, ਕਿਸੇ ਹੋਰ ਸਟੇਟ ਤੋਂ ਆਇਆ ਹੈ. I will gain some knowledge about his state. ਤੇ ਮੈਨੂੰ ਵੀ ਇਹਦੀ ਸਟੇਟ ਬਾਰੇ ਬਹੁਤ ਕੁਝ ਸਿੱਖਣ ਨੂੰ ਨਵਾਂ ਮਿਲੂਗਾ. ਬਿਲਕੁਲ. I don't like it. ਮੈਨੂੰ ਇਹ ਪਸੰਦ ਨਹੀਂ ਹੈ.
In the next period, I will ask him to sit on some other bench. ਹੁਣ ਤਾਂ ਟੀਚਰ ਨੇ ਬਿਠਾਤਾ, ਪਰ ਅਗਲੇ ਪੀਰੀਅਡ ਵਿੱਚ ਮੈਂ ਉਸ ਮੁੰਡੇ ਨੂੰ ਕਹਾਂਗਾ ਜਾਂ ਕੁੜੀ ਨੂੰ ਕਹਾਂਗੀ ਵੀ ਉਹ ਕਿਸੇ ਹੋਰ ਬੈਂਚ ਤੇ ਜਾ ਕੇ ਬੈਠ ਜਾਏ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। Some other thoughts might come into the mind of the students, ਤੇ ਇਸ ਤੋਂ ਇਲਾਵਾ ਕੁਝ ਹੋਰ ਵੀ ਤੁਹਾਡੇ ਦਿਮਾਗ ਦੇ ਵਿੱਚ ਵਿਚਾਰ ਆਏ ਹੋਣਗੇ। They can write them also, ਵੀ ਤੁਸੀਂ ਉਹ ਵੀ ਲਿਖ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਇੱਥੇ ਲਿਖ ਕੇ ਦੱਸਿਆ ਵੀ ਕੀ ਵਿਚਾਰ ਆਏ ਸੀ। After doing this activity, under the guidance of their teacher, the students will try to understand their tolerance power. ਇਸ ਗਤੀਵਿਧੀ ਨੂੰ ਕਰਨ ਤੋਂ ਬਾਅਦ ਆਪਣੇ ਅਧਿਆਪਕ ਦੀ ਅਗਵਾਈ ਵਿੱਚ ਵਿਦਿਆਰਥੀ ਆਪਣੀ ਸਹਿਨਸ਼ੀਲਤਾ ਸ਼ਕਤੀ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਵੀ ਉਹ ਕਿੰਨੇ ਟੋਲਰੈਂਟ ਨੇ। The student who treats the student from other state and language lovingly and endures his behavior will be more tolerant than others. ਉਹ ਵਿਦਿਆਰਥੀ ਜੋ ਦੂਜੇ ਰਾਜ ਜਾਂ ਭਾਸ਼ਾ ਤੋਂ ਆਏ ਵਿਦਿਆਰਥੀ ਨਾਲ ਪਿਆਰ ਨਾਲ ਪੇਸ਼ ਆਉਂਦੇ ਨੇ ਅਤੇ ਉਸ ਦੇ ਵਿਵਹਾਰ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਉਹ ਜ਼ਿਆਦਾ ਸਹਿਨਸ਼ੀਲ ਹੁੰਦੇ ਨੇ ਜੇ ਆਪਾਂ ਤੁਲਨਾ ਕਰੀਏ ਬਾਕੀ ਬੱਚਿਆਂ ਤੋਂ। ਬਿਕੋਜ਼ ਉਹਨਾਂ ਤਾਂ ਪੇਸ਼ੈਂਸ ਹੋਏਗੀ ਨਹੀਂ, ਉਹ ਤਾਂ ਟੋਲਰੇਟ ਹੀ ਨਹੀਂ ਕਰਨਗੇ ਵੀ ਮੈਂ ਇਸ ਨਵੇਂ ਬੱਚੇ ਨੂੰ ਆਪਣੇ ਗਰੁੱਪ ਦੇ ਵਿੱਚ ਐਂਟਰ ਹੋਣ ਦੇਵਾਂ। ਤੇ ਤੁਸੀਂ ਵੀ ਜ਼ਰੂਰ ਕਮੈਂਟ ਸੈਕਸ਼ਨ 'ਚ ਦੱਸਿਓ ਵੀ ਤੁਸੀਂ ਟੋਲਰੈਂਟ ਸੀ ਜਦ ਕੋਈ ਨਵਾਂ ਬੱਚਾ ਤੁਹਾਡੀ ਕਲਾਸ 'ਚ ਆਇਆ ਜਾਂ ਤੁਸੀਂ ਉਹਨੂੰ ਦੋਸਤ ਨਹੀਂ ਬਣਾਇਆ। ਅੱਗੇ ਚੱਲਦੇ ਇੱਕ ਹੋਰ ਐਕਟੀਵਿਟੀ ਦਿੱਤੀ ਹੋਈ ਹੈ, ਇੱਥੇ ਇੱਕ ਕਹਾਣੀ ਦੱਸੀ ਹੈ, ਅ ਸਟੋਰੀ। ਚਲੋ ਸ਼ੁਰੂ ਕਰਦੇ ਹਾਂ। There was a student called Manjeet who was very short in height. ਮਨਜੀਤ ਨਾਂ ਦਾ ਇੱਕ ਵਿਦਿਆਰਥੀ ਸੀ ਜੋ ਕੱਦ ਵਿੱਚ ਬਹੁਤ ਛੋਟਾ ਸੀ। Since his childhood, students had been teasing him and calling him Chotu. ਬਚਪਨ ਤੋਂ ਹੀ ਵਿਦਿਆਰਥੀ ਉਸ ਨੂੰ ਛੇੜਦੇ ਰਹੇ ਸਨ ਅਤੇ ਉਸ ਨੂੰ ਛੋਟੂ ਕਹਿ ਕੇ ਬੁਲਾਉਂਦੇ ਸਨ। He felt much anguished, ਤੇ ਉਹਨੂੰ ਬਹੁਤ ਦੁਖੀ ਜਿਹਾ ਮਹਿਸੂਸ ਹੁੰਦਾ ਸੀ। One day he watched a movie on the television. ਤੇ ਇੱਕ ਦਿਨ ਉਸਨੇ ਟੀਵੀ ਤੇ ਇੱਕ ਫਿਲਮ ਦੇਖੀ। It was about a boy like him. ਤੇ ਇਹ ਜਿਹੜੀ ਮੂਵੀ ਸੀ ਉਹ ਉਸਦੇ ਵਰਗੇ ਇੱਕ ਮੁੰਡੇ ਬਾਰੇ ਸੀ। In the movie, when everyone teased him calling him Chotu, he just smiled and said, "One day I will become great through my good deeds." ਤੇ ਫਿਲਮ ਵਿੱਚ ਦਿਖਾਇਆ ਸੀ ਵੀ ਉਹਦੇ ਵਰਗਾ ਇੱਕ ਮੁੰਡਾ ਸੀ ਜਿਸ ਨੂੰ ਸਭ ਛੇੜਦੇ ਸੀ, ਛੋਟੂ ਛੋਟੂ ਕਹਿ ਕੇ ਬੁਲਾਉਂਦੇ ਸੀ, ਤੇ ਬਦਲੇ ਵਿੱਚ ਉਹ ਉਹਨਾਂ ਨੂੰ ਮੁਸਕਰਾਉਂਦੇ ਹੋਏ ਜਵਾਬ ਦਿੰਦਾ ਸੀ ਵੀ ਇੱਕ ਦਿਨ ਮੈਂ ਆਪਣੇ ਚੰਗੇ ਕੰਮਾਂ ਨਾਲ ਮਹਾਨ ਬਣਾਂਗਾ, ਬੇਸ਼ੱਕ ਮੇਰੀ ਜਿਹੜਾ ਕੱਦ ਹੈਗਾ, ਹਾਈਟ ਹੈਗੀ ਆ, ਉਹ ਛੋਟੀ ਹੈਗੀ ਹੈ। The movie had a great effect on ਮਨਜੀਤ। ਇਸ ਫਿਲਮ ਦਾ ਮਨਜੀਤ ਤੇ ਬਹੁਤ ਪ੍ਰਭਾਵ ਪਿਆ। Since that day, Manjeet resolved that he would not get irritated on being teased by others. ਤੇ ਉਸ ਦਿਨ ਤੋਂ ਹੀ ਮਨਜੀਤ ਨੇ ਸੰਕਲਪ ਲਿਆ ਕਿ ਉਹ ਦੂਜਿਆਂ ਦੇ ਛੇੜਨ ਤੇ ਬਿਲਕੁਲ ਵੀ ਨਹੀਂ ਖਿਜੇਗਾ। This thought made him good-natured. ਤੇ ਜਿਹੜੀ ਸੋਚ ਸੀ ਉਸਨੇ ਇਸ ਨੂੰ ਇੱਕ ਨੇਕ ਸੁਭਾਅ ਦਾ ਇਨਸਾਨ ਬਣਾ ਦਿੱਤਾ ਸੀ। In order to achieve his aim, he started reading library books in addition to his course book. ਤੇ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ, ਪੂਰਾ ਕਰਨ ਲਈ ਉਸਨੇ ਆਪਣੀ ਜਿਹੜੀ ਕੋਰਸ ਦੀਆਂ ਕਿਤਾਬਾਂ ਹੁੰਦੀਆਂ ਨੇ ਉਸ ਤੋਂ ਇਲਾਵਾ ਲਾਇਬ੍ਰੇਰੀ ਦੀਆਂ ਕਿਤਾਬਾਂ ਵੀ ਪੜ੍ਹਨੀਆਂ ਸ਼ੁਰੂ ਕਰਤੀਆਂ ਵੀ ਉਹ ਆਪਣੇ ਕੰਮ ਤੋਂ ਪਛਾਣ ਜਾਣਨਾ ਚਾਹੁੰਦਾ ਸੀ, ਆਪਣੀ ਕਰਨਾ ਚਾਹੁੰਦਾ ਸੀ ਪਛਾਣ। He began to top the class. ਤੇ ਉਸਨੇ ਕਲਾਸ ਵਿੱਚ ਵੀ ਟੌਪ ਕਰਨਾ ਸ਼ੁਰੂ ਕਰਤਾ। His teachers and parents felt proud of him. ਤੇ ਉਸਦੇ ਅਧਿਆਪਕ ਅਤੇ ਮਾਪੇ ਬਹੁਤ ਮਾਣ ਮਹਿਸੂਸ ਕਰਦੇ ਸੀ ਇਸ ਗੱਲ ਤੇ। Now the other students started calling him by his real name. ਤੇ ਹੁਣ ਜਿਹੜੇ ਬਾਕੀ ਵਿਦਿਆਰਥੀ ਸੀ ਉਹਨਾਂ ਨੇ ਉਸਨੂੰ ਉਸਦੇ ਅਸਲੀ ਨਾਮ ਤੋਂ ਬੁਲਾਣਾ ਸ਼ੁਰੂ ਕਰਤਾ ਕਿਉਂਕਿ ਉਹ ਇੰਨਾ ਪੜ੍ਹ ਲਿਖ ਗਿਆ ਸੀ। By dint of his hard work, he cracked the PCS exam. ਤੇ ਆਪਣੀ ਸਖਤ ਮਿਹਨਤ ਦੇ ਨਾਲ ਉਸਨੇ ਪੰਜਾਬ ਦਾ ਇੱਕ ਪੇਪਰ ਹੁੰਦਾ ਹੈ ਬੜਾ ਵੱਡਾ PCS ਦਾ ਪੇਪਰ, ਉਹ ਵੀ ਪਾਸ ਕਰ ਲਿਆ ਸੀ। The virtue of tolerance that he had learned in his childhood
proved useful in resolving the problems of others as well. PCS ਬਣ ਕੇ ਤੁਸੀਂ ਦੂਜਿਆਂ ਦੀ ਪ੍ਰੋਬਲਮ ਸੁਣਦੇ ਹੋ, ਤੁਸੀਂ ਅਫਸਰ ਬਣ ਜਾਂਦੇ ਹੋ ਤੇ ਉਹਨਾਂ ਦਾ ਸੋਲੂਸ਼ਨ ਕੱਢਦੇ ਹੋ। ਤੇ ਇੱਥੇ ਵੀ ਇਹੀ ਹੋਇਆ ਸੀ ਵੀ ਜਿਹੜੀ ਸਹਿਨਸ਼ੀਲਤਾ ਦਾ ਗੁਣ ਉਸਨੇ ਬਚਪਨ ਵਿੱਚ ਸਿੱਖਿਆ ਸੀ ਉਹਨੇ ਯੂਜ਼ ਕੀਤਾ ਦੂਜਿਆਂ ਦੀ ਸਮੱਸਿਆਵਾਂ ਦਾ ਹੱਲ ਲੱਭਣ ਦੇ ਲਈ, ਹੈ ਨਾ। ਉਹ ਉਸ ਲਈ ਕਾਫੀ ਲਾਭਦਾਇਕ ਸਾਬਿਤ ਹੋਇਆ। In his office, he listened to his subordinates patiently and made wise decisions. ਆਪਣੇ ਦਫ਼ਤਰ ਵਿੱਚ ਉਹ ਆਪਣੇ ਸਬਆਰਡੀਨੇਟਸ ਯਾਨੀ ਕਿ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਧੀਰਜ ਨਾਲ ਸੁਣਦਾ ਸੀ ਅਤੇ ਸਮਝਦਾਰੀ ਨਾਲ ਫੈਸਲੇ ਲੈਂਦਾ ਸੀ। He became a popular officer. ਉਹ ਇੱਕ ਪ੍ਰਸਿੱਧ ਅਫਸਰ ਬਣ ਗਿਆ। This is a remarkable quality of tolerance. ਇਹ ਸਹਿਨਸ਼ੀਲਤਾ ਦਾ ਇੱਕ ਕਮਾਲ ਦਾ ਗੁਣ ਹੈਗਾ, ਕੁਆਲਿਟੀ ਹੈਗੀ ਹੈ। ਚਲੋ ਹੁਣ ਅੱਗੇ ਚੱਲਦੇ ਹਾਂ। ਵਰਕਸ਼ੀਟ ਦਿੱਤੀ ਹੋਈ ਹੈ, ਇੱਥੇ ਕੁਐਸਚਨ ਆਨਸਰਸ ਪੁੱਛੇ ਨੇ। ਪਹਿਲਾ ਸਵਾਲ ਹੈਗਾ, why did Manjeet not get angry on being called Chotu by his fellow students? ਆਪਣੇ ਸਾਥੀ ਵਿਦਿਆਰਥੀਆਂ ਵੱਲੋਂ ਛੋਟੂ ਕਹੇ ਜਾਣ ਤੇ ਮਨਜੀਤ ਨੂੰ ਗੁੱਸਾ ਕਿਉਂ ਨਹੀਂ ਆਇਆ? ਇਹਦੇ ਆਨਸਰ, Manjeet, inspired by the movie, said that he would one fine day be very well known for his good deeds and practices rather than his height. This thought made him a person good in nature. ਉਹ ਚੰਗੇ ਸੁਭਾਅ ਦਾ ਕਿਵੇਂ ਬਣਿਆ? ਕਿਉਂਕਿ ਉਹ ਮੂਵੀ ਤੋਂ ਪ੍ਰਭਾਵਿਤ ਹੋ ਗਿਆ ਸੀ ਤੇ ਉਹ ਕਹਿੰਦਾ ਵੀ ਇੱਕ ਦਿਨ ਮੈਂ ਆਪਣੇ ਚੰਗੇ ਕੰਮ ਤੇ ਆਪਣੀ ਚੰਗੀ ਪ੍ਰੈਕਟਿਸਿਸ ਕਰਕੇ ਜੋ ਮੈਂ ਲੋਕਾਂ ਲਈ ਕਰਾਂਗਾ ਉਸ ਕਰਕੇ ਜਾਣਨਾ ਚਾਹੂੰਗਾ ਵੀ ਲੋਕ ਮੈਨੂੰ ਪਛਾਣਨ ਰਾਦਰ ਦੈਨ ਵੀ ਮੇਰੀ ਹਾਈਟ ਕਰਕੇ ਲੋਕ ਮੈਨੂੰ ਜਾਣਨ। ਅੱਗੇ ਚੱਲਦੇ ਹਾਂ। ਸੈਕੰਡ ਕੁਐਸਚਨ, ਦੂਜਾ ਸਵਾਲ, ਇਫ ਯੂ ਰਿਐਕਟ ਵਿਦ ਟੋਲਰੈਂਸ ਐਟ ਯੋਰ ਹੋਮ, ਇਨ ਯੋਰ ਸਕੂਲ, ਨੇਬਰਹੁੱਡ ਐਂਡ ਰਿਲੇਸ਼ਨਸ਼ਿਪਸ, what benefits can you achieve? Write down your answer on the basis of the above story. ਜੇਕਰ ਤੁਸੀਂ ਆਪਣੇ ਘਰ, ਆਪਣੇ ਸਕੂਲ, ਆਂਢ ਗੁਆਂਢ, ਰਿਸ਼ਤੇਦਾਰੀ ਵਿੱਚ ਸਹਿਨਸ਼ੀਲਤਾ ਨਾਲ ਵਿਵਹਾਰ ਕਰੋ ਤਾਂ ਤੁਸੀਂ ਕੀ ਲਾਭ ਪ੍ਰਾਪਤ ਕਰ ਸਕਦੇ ਹੋ? ਉਪਰੋਕਤ ਜਿਹੜੀ ਸਟੋਰੀ ਹੈਗੀ ਆ ਉਸਦੇ ਆਧਾਰ ਤੇ ਤੁਸੀਂ ਆਪਣਾ ਜਵਾਬ ਦੇਣਾ। ਤੇ ਇਹ ਰਿਹਾ ਇਹਦਾ ਜਵਾਬ ਦੂਜੇ ਸਵਾਲ ਦਾ। Tolerance allows people to live comfortably together. ਸਹਿਨਸ਼ੀਲਤਾ ਲੋਕਾਂ ਨੂੰ ਆਰਾਮ ਨਾਲ ਇਕੱਠੇ ਰਹਿਣ ਦੀ ਇਜਾਜ਼ਤ ਦਿੰਦੀ ਹੈ, ਉਹਨਾਂ ਨੂੰ ਰਹਿਣਾ ਸਿਖਾਉਂਦੀ ਹੈ ਇਕੱਠੇ। It is the foundation of a just society in which everyone is free to live their lives as they deem fit. ਇਹ ਇੱਕ ਅਜਿਹੀ ਸੁਸਾਇਟੀ, ਸਮਾਜ ਦੀ ਨੀਂਹ ਰੱਖਦੀ ਹੈ ਜਿਹਦੇ ਵਿੱਚ ਜੋ ਇਨਸਾਨ ਜਿਵੇਂ ਰਹਿਣਾ ਚਾਹੇ ਉਹ ਉਵੇਂ ਰਹਿ ਸਕਦਾ ਹੈ। Tolerance is a crucial principle that allows people to live peacefully together. ਬਹੁਤ ਜ਼ਰੂਰੀ ਗੁਣ ਹੈਗਾ ਜਿਹਦੇ ਨਾਲ ਲੋਕ ਇਕੱਠੇ ਰਹਿ ਸਕਦੇ ਨੇ, ਸ਼ਾਂਤੀ ਨਾਲ ਰਹਿ ਸਕਦੇ ਨੇ। Tolerance entails accepting other people's viewpoints and interests even though they do not correspond to your own. ਸਹਿਨਸ਼ੀਲਤਾ ਸਾਨੂੰ ਇਹ ਸਿਖਾਉਂਦੀ ਹੈ ਵੀ ਅਸੀਂ ਦੂਜਿਆਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਸਵੀਕਾਰ ਕਰੀਏ, ਭਾਵੇਂ ਤੁਸੀਂ ਇਹ ਮੰਨਦੇ ਹੋਵੋ ਜਾਂ ਨਾ ਮੰਨਦੇ ਹੋਵੋ। People who are tolerant demonstrate strength by being able to cope with a variety of viewpoints and opinions. ਤੇ ਜੋ ਲੋਕ ਸਹਿਨਸ਼ੀਲਤਾ ਦਾ ਪ੍ਰਦਰਸ਼ਨ ਕਰਦੇ ਨੇ ਉਹ ਕਈ ਤਰ੍ਹਾਂ ਦੇ ਦ੍ਰਿਸ਼ਟੀਕੋਣ ਦੇ ਨਾਲ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਈ ਤਰੀਕੇ ਦੇ ਵਿਚਾਰਾਂ ਦੇ ਨਾਲ ਸਹਿਮਤ ਹੋ ਜਾਂਦੇ ਨੇ, ਬੇਸ਼ੱਕ ਉਹ ਆਪ ਉਸ ਨੂੰ ਮੰਨਦੇ ਹੋਣ ਜਾਂ ਨਹੀਂ। ਅੱਗੇ ਚੱਲਦੇ ਹਾਂ। ਤੀਜਾ ਸਵਾਲ ਹੈਗਾ, do you feel that one can live more peacefully in the society by being tolerant? ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਵੀ ਸਹਿਨਸ਼ੀਲਤਾ ਹੋਣ ਕਰਕੇ ਸਮਾਜ ਵਿੱਚ ਵਧੇਰੀ ਸ਼ਾਂਤੀ ਨਾਲ ਆਪਾਂ ਰਹਿ ਸਕਦੇ ਹਾਂ? ਤੇ ਇਹਦਾ ਆਨਸਰ ਮੈਂ ਇੱਥੇ ਲਿਖਿਆ, Tolerance is a crucial principle that allows people to live peacefully together. ਉਹੀ ਉੱਤੇ ਵਾਲੀ ਗੱਲ ਆ ਗਈ ਵੀ ਇਹ ਸਿਖਾਉਂਦੀ ਹੈ ਲੋਕਾਂ ਨੂੰ ਵੀ ਆਪਾਂ ਕਿਵੇਂ ਸ਼ਾਂਤੀ ਨਾਲ ਇਕੱਠੇ ਰਹਿ ਸਕਦੇ ਹਾਂ। Tolerance entails accepting other people's viewpoints. ਇਹ ਸਿਖਾਉਂਦੀ ਹੈ ਵੀ ਆਪਾਂ ਦੂਜਿਆਂ ਦੇ ਵਿਊ ਪੁਆਇੰਟ ਕੀ ਨੇ, ਉਹਨਾਂ ਦੇ ਵਿਚਾਰ ਕੀ ਨੇ, ਉਹਨਾਂ ਨੂੰ ਐਕਸੈਪਟ ਕਰੀਏ even though they differ from your own. ਹਾਲਾਂਕਿ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਹੋ ਸਕਦਾ ਸਾਡੇ ਵਿਚਾਰਾਂ ਨਾਲੋਂ ਵੱਖਰੇ ਹੋਣ। People who are tolerant demonstrate strength by being able to cope with a variety of viewpoints and opinions. ਤੇ ਜਿਹੜੇ ਲੋਕਾਂ ਵਿੱਚ ਸਹਿਨਸ਼ੀਲਤਾ ਹੁੰਦੀ ਹੈਗੀ ਹੈ ਉਹਨਾਂ ਵਿੱਚ ਇਹ ਤਾਕਤ ਹੁੰਦੀ ਹੈ ਕਿ ਉਹ ਬਹੁਤ ਸਾਰੇ ਦ੍ਰਿਸ਼ਟੀਕੋਣ ਵਿਚਾਰਾਂ ਨੂੰ ਐਕਸੈਪਟ ਕਰ ਲੈਂਦੇ ਨੇ, ਨਾ ਨਹੀਂ ਕਰਦੇ, ਹਰ ਕਿਸੇ ਨੂੰ ਆਪਣੀ ਸਪੇਸ ਦਿੰਦੇ ਨੇ।
ਅੱਗੇ ਚੱਲਦੇ ਹਾਂ, ਇੱਥੇ ਇੱਕ ਹੋਰ ਹੈਗਾ ਪਾਰਟ 2 ਦਿੱਤਾ ਹੋਇਆ। Take one of the statements that appeals you the most in each of the given situation। ਥੱਲੇ ਨਾ ਕੁਝ ਸਿਚੁਏਸ਼ਨ ਦਿੱਤੀ ਹੋਈ ਹੈ, ਕੋਈ ਸਥਿਤੀ ਦਿੱਤੀ ਹੋਈ ਹੈ, ਤੁਸੀਂ ਇਹ ਦੱਸਣਾ ਹੈ ਵੀ ਤੁਸੀਂ ਕਿਹੜੀ ਆਪਸ਼ਨ ਦੇ ਨਾਲ ਜਾਓਗੇ। ਜਿਵੇਂ ਪਹਿਲਾ ਸਵਾਲ ਹੈਗਾ, a student has removed a notebook from your bag without asking you। ਇੱਕ ਵਿਦਿਆਰਥੀ ਨੇ ਤੁਹਾਨੂੰ ਪੁੱਛੇ ਬਗੈਰ ਤੁਹਾਡੇ ਬੈਗ ਤੋਂ ਇੱਕ ਨੋਟਬੁੱਕ ਕੱਢ ਲਈ, ਤੁਸੀਂ ਕੀ ਕਰੋਗੇ? I will grab the notebook from his her at once। ਵੀ ਮੈਂ ਉਹਦੇ ਤੋਂ ਇੱਕਦਮ ਉਹ ਨੋਟਬੁੱਕ ਛਿਨ ਲਾਂਗੀ। I will go to the teacher and complain against। पहला ऑप्शन, I will grab the notebook from him her at once। मैं एकदम ओदे तो कॉपी किताब छीन लांगी। सेकंड, I will go to the teacher and complain against him her। मैं अध्यापक कोल जावांगी ते ओदी शिकायत करांगी। तीजा, I will tell him her that if he she needs any notebook, he she should ask for it। ਤੇ ਮੈਂ ਉਹਨੂੰ ਜਾ ਕੇ ਦੱਸਾਂਗੀ, ਸਮਝਾਵਾਂਗੀ ਵੀ ਜੇਕਰ ਉਸਨੂੰ ਨੋਟਬੁੱਕ ਦੀ ਲੋੜ ਹੈਗੀ ਹੈ ਤਾਂ ਉਹ ਮੇਰੇ ਤੋਂ ਮੰਗ ਸਕਦਾ ਜਾਂ ਸਕਦੀ ਹੈ। ਇਹੀ ਆਪਸ਼ਨ ਸਭ ਤੋਂ ਸਹੀ ਹੈਗਾ। ਹੁਣ ਇਹਦਾ ਜਵਾਬ ਮੈਂ ਇੱਥੇ ਲਿਖਿਆ ਹੈ, I will tell him her that if he she needs any notebook, he she should ask for it। ਉਹ ਮੇਰੇ ਤੋਂ ਪੁੱਛ ਸਕਦੇ ਨੇ, ਫਿਰ ਮੈਂ ਦੇ ਦਾਂਗੀ। Even though the notebook was practically stolen from me by my friend। ਹਾਲਾਂਕਿ ਮੈਂ ਇਹ ਕਹਾਂਗੀ ਵੀ ਜਿਹੜੀ ਕਿਤਾਬ ਹੈਗੀ ਅਸਲ ਤੌਰ ਤੇ ਤਾਂ ਉਹ ਚੋਰੀ ਕੀਤੀ ਗਈ ਸੀ। I would make my friend understand that the book was my personal belonging। ਤੇ ਮੈਂ ਆਪਣੇ ਦੋਸਤ ਨੂੰ ਸਮਝਾਵਾਂਗੀ, ਦੇਖ ਐਵੇਂ ਕਿਸੇ ਦਾ ਸਮਾਨ ਨਹੀਂ ਕੱਢੀਦਾ ਕਿਉਂਕਿ ਉਹ ਮੇਰਾ ਪਰਸਨਲ ਚੀਜ਼ ਹੈਗੀ ਹੈ, ਮੇਰੀ ਆਪਣੀ ਚੀਜ਼ ਹੈਗੀ ਹੈ ਨਾ। One must always ask before taking away anyone's personal belongings। ਹਮੇਸ਼ਾ ਸਾਨੂੰ ਦੂਜੇ ਬੰਦੇ ਨੂੰ ਪੁੱਛਣਾ ਚਾਹੀਦਾ ਜਦ ਵੀ ਕਿਸੇ ਦਾ ਆਪਾਂ ਸਮਾਨ ਲੈ ਰਹੇ ਹੁੰਦੇ ਆ। ਇਹ ਹੋ ਗਿਆ ਪਹਿਲੇ ਸਵਾਲ ਦਾ ਜਵਾਬ। ਅੱਗੇ ਚੱਲਦੇ ਆ। ਦੂਜਾ, your friend has told you that a student of your school was using bad words for you। ਤੁਹਾਡੇ ਦੋਸਤ ਨੇ ਤੁਹਾਨੂੰ ਦੱਸਿਆ ਕਿ ਤੁਹਾਡੇ ਸਕੂਲ ਦਾ ਇੱਕ ਵਿਦਿਆਰਥੀ ਤੁਹਾਡੇ ਲਈ ਮਾੜੇ ਸ਼ਬਦ ਯੂਜ਼ ਕਰ ਰਿਹਾ ਸੀ, ਬੁਰਾ ਭਲਾ ਬੋਲ ਰਿਹਾ ਸੀ। ਕੀ ਕਰੋਗੇ? On hearing this, you will immediately start fighting with him so that no one else would do the same in the future। ਜਦ ਤੁਹਾਨੂੰ ਪਤਾ ਲੱਗੇਗਾ ਇਹ ਗੱਲ, ਉਹਨੂੰ ਸੁਣ ਕੇ ਤੁਸੀਂ ਇੱਕਦਮ ਉਹਦੇ ਨਾਲ ਲੜਨਾ ਸ਼ੁਰੂ ਕਰ ਦੋਗੇ ਤਾਂ ਕਿ ਅੱਗੇ ਤੋਂ ਕੋਈ ਵੀ ਤੁਹਾਡੇ ਬਾਰੇ ਇਦਾਂ ਨਾ ਬੋਲੇ। ਦੂਜਾ, you will also use bad words for him and compete with him। ਤੁਸੀਂ ਵੀ ਉਹਦੇ ਲਈ ਮਾੜੇ ਸ਼ਬਦ ਯੂਜ਼ ਕਰੋਗੇ ਤੇ ਲੜਾਈ ਕਰੋਗੇ ਉਹਦੇ ਨਾਲ। ਤੀਜਾ, you will say that you don't care for such things। ਤੁਸੀਂ ਕਹੋਗੇ ਮੈਂ ਅਜਿਹੀ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ। if needed, you will talk to him her। ਜੇ ਲੋੜ ਪਈ ਤਾਂ ਤੁਸੀਂ ਉਹਦੇ ਨਾਲ ਜਾ ਕੇ ਗੱਲ ਕਰੋਗੇ। ਇਹੀ ਆਪਸ਼ਨ ਹੈਗਾ ਨਾ। ਇਹਦਾ ਮੈਂ ਇੱਥੇ ਲਿਖਿਆ, usually when someone insults and abuses। ਆਮ ਤੌਰ ਤੇ ਜੇਕਰ ਕੋਈ ਤੁਹਾਡੀ ਇਨਸਲਟ ਕਰਦਾ ਹੈ, ਪਰੇਸ਼ਾਨ ਕਰਦਾ ਹੈ ਜਾਂ ਤੁਹਾਨੂੰ ਗਾਲੀ ਕੱਢਦਾ ਹੈ, it is because they are feeling disturbed। ਉਹ ਕਿਉਂ ਕਰਦਾ ਹੈ? ਕਿਉਂਕਿ ਉਹ ਆਪ ਪਰੇਸ਼ਾਨ ਹੁੰਦਾ ਹੈ। saying that you don't care for such things is being indifferent towards it। ਤੇ ਜੇ ਤੁਸੀਂ ਕਹਿੰਦੇ ਹੋ ਵੀ ਮੈਨੂੰ ਇਹਨਾਂ ਚੀਜ਼ਾਂ ਤੋਂ ਫਰਕ ਨਹੀਂ ਪੈਂਦਾ, ਇਹਦਾ ਮਤਲਬ ਇਹ ਹੈਗਾ ਵੀ ਤੁਸੀਂ ਇਹਨਾਂ ਚੀਜ਼ਾਂ ਦੀ ਪਰਵਾਹ ਹੀ ਨਹੀਂ ਕਰਦੇ, ਹੈ ਨਾ। one must not be affected by such a behavior of someone else। ਤੇ ਸਾਨੂੰ ਅਜਿਹਾ ਜਿਹੜਾ ਬਿਹੇਵੀਅਰ ਹੈ, ਕਿਸੇ ਹੋਰ ਦਾ ਵਿਵਹਾਰ ਹੈਗਾ, ਉਹਦੇ ਬਾਰੇ ਸੋਚਣਾ ਵੀ ਨਹੀਂ ਚਾਹੀਦਾ, ਪਰਵਾਹ ਹੀ ਨਹੀਂ ਕਰਨੀ ਚਾਹੀਦੀ। we are only responsible for our own behavior। ਅਸੀਂ ਸਿਰਫ ਆਪਣੇ ਵਿਵਹਾਰ ਦੇ ਲਈ ਜ਼ਿੰਮੇਵਾਰੀ ਲੈ ਸਕਦੇ ਹਾਂ ਨਾ, ਕਿਸੇ ਹੋਰ ਲਈ ਤਾਂ ਲੈ ਨਹੀਂ ਸਕਦੇ। and we must be as sweet as we can to everyone else। ਕਿਉਂਕਿ ਅਸੀਂ ਆਪਣੇ ਵਿਵਹਾਰ ਦੀ ਜ਼ਿੰਮੇਵਾਰੀ ਲੈ ਸਕਦੇ ਹਾਂ, ਇਸੇ ਲਈ ਸਾਨੂੰ ਦੂਜਿਆਂ ਨਾਲ ਜਿੰਨਾ ਮਿੱਠਾ ਹੋ ਸਕੇ ਉਨਾ ਮਿੱਠਾ ਵਿਵਹਾਰ ਕਰਨਾ ਚਾਹੀਦਾ ਹੈ, ਬੋਲਬਾਣੀ ਰੱਖਣੀ ਚਾਹੀਦੀ ਹੈ। we must ask the insulter that if he is going through some crisis, you will be there for them। ਸਗੋਂ ਜੋ ਤੁਹਾਡੀ ਇਨਸਲਟ ਕਰ ਰਹੇ ਹੈ, ਬੇਅਦਬੀ ਕਰ ਰਹੇ ਹੈ, ਤੁਸੀਂ ਉਹਨੂੰ ਜਾ ਕੇ ਪੁੱਛੋ ਵੀ ਕੋਈ ਪਰੇਸ਼ਾਨੀ ਹੈ ਤਾਂ ਮੈਂ ਤੇਰੇ ਨਾਲ ਖੜਾ, ਤੂੰ ਟੈਨਸ਼ਨ ਨਾ ਲੈ, ਹੈ ਨਾ। ਉਹਨੂੰ ਕਿੰਨਾ ਚੰਗਾ ਮਹਿਸੂਸ ਹੋਏਗਾ। ਅੱਗੇ ਚੱਲਦੇ ਹਾਂ। you are going to the town with one of your seniors on a scooter। ਤੁਸੀਂ ਸ਼ਹਿਰ ਜਾ ਰਹੇ ਹੋ ਆਪਣੇ ਸੀਨੀਅਰ ਦੇ ਨਾਲ, ਆਪਣੇ ਤੋਂ ਵੱਡੇ ਕਲਾਸ ਦੇ ਬੰਦੇ ਦੇ ਨਾਲ, ਤੇ ਸਕੂਟਰ ਤੇ ਹੈਗੇ ਹੋ। and a car brushes against his scooter by mistake। ਤੇ ਗਲਤੀ ਨਾਲ ਉਸਦੇ ਸਕੂਟਰ ਨਾਲ ਇੱਕ ਕਾਰ ਟੱਕਰ ਜੀ ਮਾਰ ਕੇ ਅੱਗੇ ਲੰਘ ਜਾਂਦੀ ਹੈ ਗਲਤੀ ਨਾਲ। the scooter was new। ਹਾਲਾਂਕਿ ਸਕੂਟਰ ਨਵਾਂ ਸੀ। ਕੀ ਕਰੋਗੇ?
पहला, you will stop the car driver and use abusive language। ਤੁਸੀਂ ਕਾਰ ਦੇ ਡਰਾਈਵਰ ਨੂੰ ਰੋਕੋਗੇ ਤੇ ਗਲਤ ਭਾਸ਼ਾ ਦੀ ਵਰਤੋਂ ਕਰੋਗੇ। ਦੂਜਾ, you will say politely, please drive carefully। ਤੁਸੀਂ ਨਿਮਰਤਾ ਨਾਲ ਉਹਨੂੰ ਕਹੋਗੇ ਕਿ ਕਿਰਪਾ ਕਰਕੇ ਧਿਆਨ ਨਾਲ ਗੱਡੀ ਚਲਾਓ। ਕਿ ਤੀਜਾ ਆਪਸ਼ਨ, you will go to the police station immediately and register a complaint against him। ਤੁਸੀਂ ਫਟਾਫਟ ਜਾਂ ਤੁਰੰਤ ਪੁਲਿਸ ਸਟੇਸ਼ਨ ਜਾਓਗੇ ਤੇ ਉਹਦੇ ਅਗੇਂਸਟ ਕੰਪਲੇਂਟ ਲਿਖਾਓਗੇ। ਮੈਨੂੰ ਇਹ ਸੈਕਿੰਡ ਆਪਸ਼ਨ ਠੀਕ ਲੱਗਦਾ ਹੈ। ਮੈਂ ਉਹਨੂੰ ਪਿਆਰ ਨਾਲ ਕਹਾਂਗੀ ਕਿ ਪਲੀਜ਼ ਧਿਆਨ ਨਾਲ ਚਲਾਓ। ਠੀਕ ਹੈ ਨਾ, ਇੱਥੇ ਲਿਖਿਆ ਹੈ ਵੀ ਕੀ ਹੋਏਗਾ। ਇਫ ਦ ਕਾਰ ਹੈਜ਼ ਬ੍ਰਸ਼ਡ ਅਗੇਂਸਟ ਦ ਸਕੂਟਰ and a scratch or a dent has already formed, we cannot go back in time and duck it। ਕਹਿਣ ਦਾ ਮਤਲਬ ਜੇ ਸਕੂਟਰ ਨੂੰ ਟੱਕਰ ਲੱਗ ਹੀ ਗਈ ਹੈ, ਸਕ੍ਰੈਚ ਆ ਗਿਆ ਹੈ ਜਾਂ ਡੈਂਟ ਪੈ ਗਿਆ, ਅੰਦਰ ਨੂੰ ਘੁਸ ਗਿਆ ਹੋ, ਤਾਂ ਫਿਰ ਆਪਾਂ ਪਿੱਛੇ ਜਾ ਕੇ ਉਹਨੂੰ ਸੁਧਾਰ ਤਾਂ ਨਹੀਂ ਸਕਦੇ। The dent has already been made, ਨੁਕਸਾਨ ਤਾਂ ਹੋ ਹੀ ਗਿਆ। We must thus be polite, ਤਾਂ ਹੁਣ ਬਿਹਤਰ ਇਹੀ ਹੋਏਗਾ ਵੀ ਅਸੀਂ polite ਹੋ ਕੇ ਨਿਮਰਤਾ ਨਾਲ ਗੱਲ ਕਰੀਏ and ask the driver to make sure that he does not repeat it again। ਤੇ ਗੱਡੀ ਵਾਲੇ ਨੂੰ ਇਹ ਕਹਾਂ ਮੈਂ ਜਾ ਕੇ ਵੀ ਭਾਈ ਤੂੰ ਇਹ ਗਲਤੀ ਦੁਬਾਰਾ ਨਾ ਕਰੀ। We must not be rude, ਸਾਨੂੰ ਰੂਡ ਹੋਣ ਦੀ ਲੋੜ ਨਹੀਂ ਹੈ ਇਸ ਦੇ ਲਈ। ਅੱਗੇ ਚੱਲਦੇ ਹਾਂ। After the school a student misbehaves with you, ਸਕੂਲ ਖਤਮ ਹੋਣ ਤੋਂ ਬਾਅਦ ਇੱਕ ਬੱਚਾ ਤੁਹਾਡੇ ਨਾਲ ਦੁਰਵਿਵਹਾਰ ਕਰਦਾ ਹੈ, ਤੁਸੀਂ ਕੀ ਕਰੋਗੇ? ਪਹਿਲਾ, you will fight with him, ਤੁਸੀਂ ਉਹਦੇ ਨਾਲ ਲੜੋਗੇ। ਦੂਜਾ, you won't say anything at that time and will leave peacefully। ਉਸ ਵੇਲੇ ਜਦੋਂ ਦੁਰਵਿਵਹਾਰ ਕਰ ਰਿਹਾ ਹੈ ਤੁਸੀਂ ਉਹਨੂੰ ਕੁਝ ਨਹੀਂ ਕਹੋਗੇ ਤੇ ਸ਼ਾਂਤੀ ਨਾਲ ਚਲੇ ਜਾਓਗੇ। You will bring it to the notice of your parents and teachers and sort out the matter afterwards। ਤੇ ਤੁਸੀਂ ਜਾ ਕੇ ਬਾਅਦ ਚ ਆਪਣੇ ਮਾਪਿਆਂ ਨੂੰ, ਅਧਿਆਪਕਾਂ ਦੇ ਧਿਆਨ ਦੇ ਵਿੱਚ ਇਸ ਗੱਲ ਨੂੰ ਲਿਆਓਗੇ ਤੇ ਬਾਅਦ ਵਿੱਚ ਮਾਮਲੇ ਦਾ ਹੱਲ ਲੱਭੋਗੇ। ਤੀਜਾ, you will summon your friends and fight with him, ਤੁਸੀਂ ਆਪਣੇ ਦੋਸਤਾਂ ਨੂੰ ਬੁਲਾ ਲਓਗੇ ਤੇ ਉਸ ਦੇ ਨਾਲ ਉਦੋਂ ਹੀ ਝਗੜ ਪਾਓਗੇ। ਦੇਖੋ ਇਹਦਾ ਆਪਸ਼ਨ ਜਿਹੜਾ ਸਹੀ ਹੈਗਾ ਉਹ ਏ ਵਾਲਾ ਹੈਗਾ। ਕਿਉਂ ਇਹ ਸਹੀ ਹੈਗਾ? If a school student misbehaves with me, I would act wisely। ਜੇਕਰ ਕੋਈ ਸਕੂਲ ਦਾ ਵਿਦਿਆਰਥੀ ਮੇਰੇ ਨਾਲ ਦੁਰਵਿਵਹਾਰ ਕਰਦਾ ਹੈ ਤਾਂ ਮੈਂ ਤਾਂ ਸਮਝਦਾਰੀ ਨਾਲ ਕੰਮ ਲਵਾਂਗੀ ਨਾ। I won't say anything at that time and will leave peacefully। ਉਸ ਵੇਲੇ ਤਾਂ ਮੈਂ ਕੁਝ ਨਹੀਂ ਕਹਾਂਗੀ, ਸ਼ਾਂਤੀ ਨਾਲ ਚਲੀ ਜਾਵਾਂਗੀ, ਹੈ ਨਾ। ਉਸ ਤੋਂ ਬਾਅਦ ਆਪਾਂ ਐਕਸ਼ਨ ਲਵਾਂਗੇ। ਅੱਗੇ, I would then bring it to the notice of my parents and teachers and sort out the matter afterwards। ਤੇ ਬਾਅਦ ਵਿੱਚ ਇਹ ਮੁੱਦਾ ਮੈਂ ਆਪਣੇ ਅਧਿਆਪਕ ਜਾਂ ਮਾਤਾ ਪਿਤਾ ਦੇ ਧਿਆਨ ਵਿੱਚ ਲੈ ਕੇ ਆਵਾਂਗੀ ਤੇ ਫਿਰ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੀ। It is highly possible that the abuser was not in the right state of mind and was disturbed। ਇਹ ਹੋ ਸਕਦਾ ਹੈ, ਜ਼ਰੂਰੀ ਵੀ ਹੋ ਸਕਦਾ ਹੈ ਵੀ ਆਪਾਂ ਕਹਿ ਸਕਦੇ ਹਾਂ ਸੰਭਵ ਹੈਗਾ ਕਿ ਦੁਰਵਿਵਹਾਰ ਕਰਨ ਵਾਲਾ ਸਹੀ ਸਥਿਤੀ ਵਿੱਚ ਨਾ ਹੋਵੇ ਜਾਂ ਪਰੇਸ਼ਾਨ ਸੀ। The teachers and the parents would make him understand that accordingly। ਮੇਰੇ ਕਹੇ ਤਾਂ ਉਦੋਂ ਫਰਕ ਨਹੀਂ ਪੈਣਾ, ਪਰ ਜਿਹੜੇ ਅਧਿਆਪਕ ਨੇ ਜਾਂ ਮਾਪੇ ਨੇ ਉਹ ਉਹਨੂੰ ਸਮਝਾ ਦੇਣਗੇ ਇਸ ਗਲਤ ਵਿਵਹਾਰ ਦਾ ਕੀ ਨੁਕਸਾਨ ਹੈਗਾ। ਅੱਗੇ ਚੱਲਦੇ ਹਾਂ। Your friends are having expensive mobiles, ਤੁਹਾਡੇ ਦੋਸਤਾਂ ਕੋਲ ਮਹਿੰਗੇ ਮੋਬਾਈਲ ਹਨ। You have requested your parents many a times to get you a mobile phone, but they are not doing so। ਤੁਸੀਂ ਵੀ ਆਪਣੇ ਮਾਪਿਆਂ ਨੂੰ ਕਿਹਾ ਵੀ ਤੁਹਾਨੂੰ ਵੀ ਮਹਿੰਗਾ ਫੋਨ ਲੈ ਕੇ ਦੇਣ, ਬਟ ਉਹ ਏਦਾਂ ਨਹੀਂ ਕਰ ਰਹੇ। ਤੁਸੀਂ ਕੀ ਕਰੋਗੇ? You will keep on insisting, ਤੁਸੀਂ ਜ਼ੋਰ ਪਾਉਂਦੇ ਰਹੋਗੇ। ਦੂਜਾ, you will distance yourself from them, ਤੁਸੀਂ ਉਹਨਾਂ ਤੋਂ ਦੂਰੀ ਬਣਾ ਲੋਗੇ। ਤੀਜਾ, you will understand the problems of your parents and give up your obstinacy, ਯਾਨੀ ਆਪਣੀ ਜਿਹੜੀ ਜਿੱਦ ਹੈਗੀ ਆ ਉਹਨੂੰ ਤੁਸੀਂ ਛੱਡ ਦੋਗੇ ਤੇ ਆਪਣੇ ਮਾਪਿਓ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਸਮਝਣ ਦੀ ਕੋਸ਼ਿਸ਼ ਕਰੋਗੇ। ਹੋ ਸਕਦਾ ਉਹ ਸਮੱਸਿਆ ਵਿੱਚ ਹੋਣ, ਤਾਂ ਇਹਦਾ ਇਹੀ ਆਨਸਰ ਠੀਕ ਹੈ। Our parents are older than us and have more experience at life। ਸਾਡੇ ਮਾਪਿਓ ਸਾਡੇ ਤੋਂ ਉਮਰ ਵਿੱਚ ਵੀ ਵੱਡੇ ਨੇ ਤੇ ਉਹਨਾਂ ਕੋਲ ਜ਼ਿੰਦਗੀ ਦਾ ਸਾਡੇ ਤੋਂ ਜ਼ਿਆਦਾ ਤਜਰਬਾ ਹੈ। They only want what is best for us। ਉਹ ਉਹੀ ਚਾਹੁੰਦੇ ਨੇ ਜੋ ਸਾਡੇ ਲਈ ਸਭ ਤੋਂ ਵਧੀਆ ਹੋਏ। Therefore, we must understand them। ਇਸੇ ਲਈ ਸਾਨੂੰ ਉਹਨਾਂ ਨੂੰ ਸਮਝਣਾ ਚਾਹੀਦਾ ਹੈ। And not rant about wanting things, ਤੇ ਹਮੇਸ਼ਾ ਕੋਈ ਨਾ ਕੋਈ ਚੀਜ਼ ਜਿਹੜੀ ਹੈ ਉਹਦੇ ਬਾਰੇ ਇੱਛਾ ਨਹੀਂ ਰੱਖਣੀ ਚਾਹੀਦੀ, ਉਹਨੂੰ ਕਹਿਣਾ ਨਹੀਂ ਚਾਹੀਦਾ ਉਹਨਾਂ ਨੂੰ ਵੀ ਮੈਨੂੰ ਇਹ ਚਾਹੀਦਾ ਹੀ ਚਾਹੀਦਾ, ਹੈ ਨਾ। ਮੰਗਣਾ ਹਮੇਸ਼ਾ ਵੀ ਵਧੀਆ ਨਹੀਂ ਲੱਗਦਾ।
ਅੱਗੇ ਚੱਲਦੇ ਹਾਂ ਲਾਸਟ ਕੁਐਸਚਨ। ਯੂ ਵੈਂਟ ਟੂ ਅ ਸ਼ਾਪ ਟੂ ਬਾਈ ਵੈਜੀਟੇਬਲਸ। ਤੁਸੀਂ ਇੱਕ ਦੁਕਾਨ ਤੇ ਗਏ ਸਬਜ਼ੀਆਂ ਖਰੀਦਣ ਲਈ। There was a heavy rush. ਉੱਥੇ ਬਹੁਤ ਭੀੜ ਲੱਗੀ ਹੋਈ ਸੀ। Some customers came later than you, but left earlier after buying vegetables. ਕੁਝ ਜਿਹੜੇ ਗ੍ਰਾਹਕ ਸੀ ਤੁਹਾਡੇ ਤੋਂ ਬਾਅਦ ਆਏ ਸੀ, ਪਰ ਉਹ ਪਹਿਲਾਂ ਨਿਕਲ ਗਏ ਤੁਹਾਡੇ ਤੋਂ ਸਬਜ਼ੀਆਂ ਲੈ ਕੇ। ਤੁਸੀਂ ਕੀ ਕਰੋਗੇ? ਪਹਿਲਾ, you will ask the shopkeeper angrily to sell the vegetables turnwise. ਤੁਸੀਂ ਦੁਕਾਨਦਾਰ ਨੂੰ ਗੁੱਸੇ ਨਾਲ ਸਬਜ਼ੀਆਂ ਜਿਹੜੀਆਂ ਹੈ ਉਹ ਹਿਸਾਬ ਨਾਲ ਵੰਡਣ ਨੂੰ ਕਹੋਗੇ ਜਾਂ ਦੇਣ ਨੂੰ ਕਹੋਗੇ, ਵੀ ਜਿਹੜਾ ਪਹਿਲਾਂ ਆਇਆ ਉਹਨੂੰ ਪਹਿਲਾਂ ਦੇ, ਦੂਜੇ ਨੰਬਰ ਤੇ ਆਇਆ ਦੂਜੇ ਨੰਬਰ ਤੇ ਦੇ, ਤੇ ਐਵੇਂ ਕਰਕੇ ਚੱਲੇ। ਦੂਜਾ, you will push the other customers and buy the vegetables before them. ਤੁਸੀਂ ਦੂਜੇ ਜਿਹੜੇ ਗਾਹਕ ਹੈਗੇ ਨੇ ਉਹਨਾਂ ਨੂੰ ਧੱਕਾ ਮਾਰੋਗੇ ਤੇ ਉਹਨਾਂ ਤੋਂ ਪਹਿਲਾਂ ਸਬਜ਼ੀਆਂ ਖਰੀਦ ਲਓਗੇ। ਜਾਂ ਤੀਜਾ, you will suggest the shopkeeper to sell the things through token system. ਤੁਸੀਂ ਦੁਕਾਨਦਾਰ ਨੂੰ ਇਹ ਕਹੋਗੇ ਵੀ ਸਾਰਿਆਂ ਨੂੰ ਪਰਚੀ ਦੇ ਦੇ, ਇੱਕ ਨੰਬਰ ਜਿਹੜਾ ਪਹਿਲਾਂ ਆਇਆ ਦੂਜੇ ਨੰਬਰ ਤੇ ਆਇਆ, ਏਦਾਂ ਕਰਕੇ ਪਰਚੀਆਂ ਦੇ ਦੇ ਤੇ ਫਿਰ ਸਬਜ਼ੀਆਂ ਵੰਡੇ। ਇਹ ਸਹੀ ਚੀਜ਼ ਹੈ ਨਾ? ਗੁੱਸੇ ਨਾਲ ਤਾਂ ਕੰਮ ਬਣਨਾ ਨਹੀਂ। ਤਾਂ ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ, we must know how to act in public and in private. ਸਾਨੂੰ ਇਹ ਸਮਝ ਹੋਣੀ ਚਾਹੀਦੀ ਹੈ ਵੀ ਆਪਾਂ ਪਬਲਿਕ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਹੁੰਦੇ ਨੇ ਉੱਥੇ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਤੇ ਇਕੱਲੇ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। We must be kind to everyone, including strangers. ਤੇ ਸਾਨੂੰ ਅਜਨਬੀਆਂ ਸਮੇਤ ਹਰ ਕਿਸੇ ਨਾਲ ਚੰਗੇ ਵਿਵਹਾਰ ਨਾਲ ਪੇਸ਼ ਆਉਣਾ ਚਾਹੀਦਾ ਹੈ। If the shopkeeper is doing something wrong, we must be kind to them and explain them their mistake. ਜੇਕਰ ਦੁਕਾਨਦਾਰ ਵੀ ਕੁਝ ਗਲਤ ਕਰ ਰਹੇ ਹੈ ਤਾਂ ਉਹਨਾਂ ਨੂੰ ਨਿਮਰਤਾ ਨਾਲ ਸਮਝਾਉਣਾ ਚਾਹੀਦਾ ਹੈ ਵੀ ਇਹ ਗਲਤੀ ਹੋ ਰਹੀ ਹੈ। There can always be severe punishments as well. ਇਸ ਤੋਂ ਇਲਾਵਾ ਸਖਤ ਸਜ਼ਾ ਵੀ ਹੋ ਸਕਦੀ ਹੈ। Anger is not a solution to any problem. ਕਿਸੇ ਵੀ ਸਮੱਸਿਆ ਦਾ ਹੱਲ ਗੁੱਸਾ ਨਹੀਂ ਹੁੰਦਾ, ਹੈ ਕਿ ਨਹੀਂ? In the above activities, the students will learn to become much tolerant as they react with patience, steadiness and wisdom. ਉਪਰੋਕਤ ਜਿਹੜੀਆਂ ਐਕਟੀਵਿਟੀਜ਼ ਦਿੱਤੀਆਂ ਹੋਈਆਂ ਉਹਦੇ ਨਾਲ ਬੱਚੇ ਇਹ ਸਿੱਖਣਗੇ ਵੀ ਹੋਰ ਸਹਿਨਸ਼ੀਲ ਕਿਵੇਂ ਬਣਨਾ ਹੈ, ਕਿਉਂਕਿ ਇਹਨਾਂ ਐਕਟੀਵਿਟੀਜ਼ ਗਤੀਵਿਧੀਆਂ ਦੇ ਵਿੱਚ ਉਹ ਕਿਹੜੀ ਭਾਵਨਾ ਨਾਲ ਰਿਐਕਟ ਕਰ ਰਹੇ ਨੇ। ਪੇਸ਼ੈਂਸ ਦੇ ਨਾਲ, ਸਹਿਨਸ਼ੀਲਤਾ ਜਾਂ ਧੀਰਜ ਦੇ ਨਾਲ। ਸਟੈਡੀਨੈਸ ਦਾ ਮਤਲਬ ਜਦ ਆਪਾਂ ਰੀਜ਼ਨੇਬਲ ਹੋ ਕੇ ਕੰਮ ਲੈਂਦੇ ਹਾਂ, ਵੀ ਸਾਨੂੰ ਪਤਾ ਹੁੰਦਾ ਵੀ ਕਿਹੜੀ ਚੀਜ਼ ਸਹੀ ਲੱਗਦੀ ਹੈ ਕਿਹੜੀ ਗਲਤ ਹੈ। ਵਿਜ਼ਡਮ ਯਾਨੀ ਕਿ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ। With the help of the teacher, the students will understand that tolerance has great value in life. ਤੇ ਅਧਿਆਪਕ ਦੀ ਮਦਦ ਨਾਲ ਵਿਦਿਆਰਥੀ ਇਹ ਸਮਝਣਗੇ ਵੀ ਸਹਿਨਸ਼ੀਲਤਾ ਜੀਵਨ ਵਿੱਚ ਬਹੁਤ ਮਹੱਤਵ ਰੱਖਦੀ ਹੈ। A tolerant student becomes good at studies and popular among parents, teachers and friends. ਜਿਹੜਾ ਸਹਿਨਸ਼ੀਲ ਵਿਦਿਆਰਥੀ ਹੈ ਉਹ ਪੜ੍ਹਾਈ ਵਿੱਚ ਵੀ ਚੰਗਾ ਹੁੰਦਾ ਹੈ, ਮਾਪੇ, ਅਧਿਆਪਕ ਅਤੇ ਦੋਸਤਾਂ ਵਿੱਚ ਵੀ ਪ੍ਰਸਿੱਧ ਹੁੰਦਾ ਹੈ। Living with humbleness, he can touch great heights in life. ਨਿਮਰਤਾ ਨਾਲ ਜੀਵਨ ਜੀ ਕੇ ਉਹ ਵੱਡੀਆਂ ਉਚਾਈਆਂ ਨੂੰ ਛੂ ਸਕਦਾ ਹੈ। ਤੇ ਇਹ ਸੀ ਬੇਟਾ ਪਹਿਲੀ ਚੈਪਟਰ ਦਾ ਪਹਿਲਾ ਪਾਰਟ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਨੈਕਸਟ ਵੀਡੀਓ ਵਿੱਚ ਆਪਾਂ ਦੂਜਾ ਪਾਰਟ ਕਰਾਂਗੇ ਇਸ ਚੈਪਟਰ ਦਾ, ਜੋ ਕਿ ਹੈ ਕਾਈਂਡਨੈਸ ਤੋਂ ਰਿਲੇਟਡ। ਬਾਏ ਬਾਏ।